ਵੱਲ ਨੇ ਸਿੱਧਾ ਕਿਹਾ ਗੋਲੀਆਂ ਦੀ ਨੇਰੀ ਲਿਆਤੀ, ਕਹਿੰਦੇ ਸਾਡੇ ਕੋਲ ਤਾਂ ਅਸਲਾ ਹੀ ਨਹੀਂ ਸੀ, ਇਹਨਾਂ ਕੋਲ ਅਸਲਾ। ਉਹਨਾਂ ਨੇ ਕੋਠੇ ਤੋਂ ਇੱਟਾਂ, ਬੋਤਲਾਂ, ਗੋਲੀ ਉਹਨਾਂ ਨੇ ਕੋਠੇ ਤੋਂ ਚਲਾਈ। ਆਪੀ ਕਾਰਵਾਈ 'ਚ ਗੋਲੀਆਂ ਚੱਲੀਆਂ, ਪੱਥਰ ਚੱਲੇ। ਜਿਹੜੇ ਬੰਦੇ ਤੋਂ ਕੋਠੇ ਤੋਂ ਇੱਟਾਂ ਆ ਰਹੀਆਂ, ਉਹ ਬੰਦਾ ਆਪਣੇ ਬਚਾ ਲਈ ਥੱਲੇ ਜਿਹੜਾ ਰੋੜਾ ਉਹਦੇ ਪੈਰ 'ਚ ਆ ਕੇ ਵੱਜਿਆ, ਉਹ ਤਾਂ ਚੱਕ ਕੇ ਤਾਂ ਮਾਰੂਗਾ। ਵੀਡੀਓ ਇਹ ਵੀ ਆਈ ਹੈ ਕਿ ਬੈਂਸ ਸਾਹਿਬ ਦੇ ਹੱਥ 'ਚ ਕੁਛ ਹੈਗਾ, ਉਹ ਅੱਗੇ ਜਾ ਕੇ ਐਂ ਕਰ ਰਹੇ ਨੇ। ਐਂ ਕਰਨ ਨਾਲ ਤੇ ਐਡਾ ਵੱਡਾ ਪਿਸਤੌਲ ਹੁੰਦਾ, ਉਹ ਐਂ ਕਰਨ ਨਾਲ ਲੁਕ ਨਹੀਂ ਸਕਦਾ। ਇਹ ਵੀ ਹੋ ਸਕਦਾ ਵੀ ਉਹਨੇ ਨਾਅਰਾ ਲਾਇਆ ਹੋਵੇ। 9 ਇੰਚੀ ਸਾਈਜ਼ ਹੁੰਦਾ ਉਹਦਾ, ਤੇ ਉਹ ਕਦੇ ਵੀ ਐਂ ਕਰਨ ਨਾਲ ਰਿਵਾਲਵਰ ਲੁਕਾਇਆ ਨਹੀਂ। ਵਾਲੇ ਪਾਸੇ ਕੋਈ ਗੋਲੀ ਨਹੀਂ ਚੱਲੀ, ਨੈਵਰ ਕਦੇ ਵੀ ਨਹੀਂ ਅਸੀਂ ਗੋਲੀ ਚਲਾਈ। ਦੁਕਾਨਦਾਰਾਂ ਨਾਲ ਗੱਲ ਕੀਤੀ ਬੈਂਸ ਸਾਹਿਬ, ਹੁਣੇ ਮੈਂ ਉੱਥੇ ਹੀ ਆਇਆ ਹੈਗਾ। ਉਹ ਦੋਵੇਂ ਪਾਸਿਓਂ ਕਹਿੰਦੇ, ਉਹਨਾਂ ਨੇ ਇੱਕ ਪਾਸੇ ਨਹੀਂ, ਉਹ ਕਹਿੰਦੇ ਦੋਵੇਂ ਪਾਸਿਓਂ ਪੱਥਰ ਚੱਲਿਆ, ਦੋਵੇਂ ਪਾਸਿਓਂ ਗੋਲੀਆਂ ਚੱਲੀਆਂ ਨੇ। ਜੇ ਦੋਵੇਂ ਪਾਸਿਓਂ ਚੱਲੀਆਂ 307 ਇੱਕ ਤਰਫੀ ਕਿਉਂ ਆ? ਮੁਕੱਦਮਾ ਕ੍ਰਾਸ ਕਿਉਂ ਨਹੀਂ ਹੋਇਆ? ਤੁਸੀਂ ਮੰਨਦੇ ਹੋ ਕਿ ਤੁਹਾਡੇ ਵਾਲੇ ਪਾਸ ਚੱਲੀ ਹੈ? ਇੱਥੋਂ ਤੱਕ ਕਿਹਾ ਕਿ ਸਿਮਰਜੀਤ ਦੇ ਜਿਹੜੇ ਬੇਟੇ ਨੇ, ਉਹਨਾਂ ਨੇ ਮੇਰੇ ਬੇਟੇ ਨੂੰ ਇੱਕ ਦਿਨ ਘੇਰ ਲਿਆ, ਘੇਰ ਕੇ ਉਹਦੀ ਗੱਡੀ ਤੇ ਲੱਤ ਰੱਖ ਲਈ, ਪਿਸਤੌਲ ਕੱਢ ਲਿਆ। ਉਹਨਾਂ ਨੇ ਸਹੁੰ ਖਾਧੀ ਵੀ ਸੱਚ ਬੋਲਣਾ ਹੀ ਨਹੀਂ। ਉਹ ਚਲੇ ਉੱਥੇ ਗਏ ਜਿੱਥੇ ਚੱਲਦਾ ਹੀ ਝੂਠ ਹੈ। ਉਹ ਤਾਂ ਇੱਕ ਔਰਤ ਹੋਰ ਵੀ ਲਿਆਏ ਸੀ ਵੀ ਇਹ ਵੀ ਸੱਚ ਹੀ ਬੋਲਦੀ ਹੈ, ਲਿਆਏ ਸੀ ਨਾ। ਉਹ ਬੀਬੀ ਸ਼ਰੀਫ ਸੀ, ਉਹ ਬੈਕ ਮਾਰ ਗਈ, ਉਹ ਕਹਿੰਦੀ ਨਹੀਂ ਮੈਂ ਨਹੀਂ ਝੂਠ ਬੋਲਣਾ। ਕਹਿੰਦੇ ਇੰਨਾ ਕੁਝ ਹੋਇਆ, ਮੈਂ ਕਦੇ ਪਰਸਨਲੀ ਇਸ ਗੱਲ 'ਚ ਇਨਵੋਲਵ ਵੀ ਨਹੀਂ ਹੋਇਆ, ਮੈਂ ਕਦੇ ਪਰਸਨਲ ਪੋਲਿਟਿਕਸ ਨਹੀਂ ਕੀਤੀ। ਨਹੀਂ ਉਹਨੇ ਪਰਸਨਲ ਕਾਹਨੂੰ ਕੀਤੀ, ਜੋ ਤਾਂ ਪਰਸਨਲ ਤੋਂ ਵੀ ਪਰਸਨਲ ਕਰਦਾ। ਉਹਨੂੰ ਕਹੇ ਆਪਣੇ ਪੁੱਤ ਦੇ ਸਿਰ ਤੇ ਹੱਥ ਰੱਖ ਕੇ ਕਹਿ ਵੀ ਹਾਂ ਮੈਂ ਇਨਵੋਲਵਮੈਂਟ ਨਹੀਂ ਕੀਤੀ ਮੇਰੀ। ਉਹਨੂੰ ਕਹੇ ਆਪਣੇ ਪੁੱਤ ਦੀ ਸਹੁੰ ਖਾ ਕੇ ਕਹਿ। ਇੰਨਾ ਕੁਝ ਚੱਲਦਾ ਰਿਹਾ, ਮੈਂ ਇੱਕ ਵੀ ਬਿਆਨ ਨਹੀਂ ਦਿੱਤਾ। ਕਹਿੰਦੇ ਇੰਨਾ ਕੁਝ ਚੱਲਦਾ ਰਿਹਾ। ਉਹ ਕਹਿੰਦਾ ਇੱਕ ਵੀ ਬਿਆਨ ਨਹੀਂ ਦਿੱਤਾ। ਉਹਦੀਆਂ ਤਾਂ 100 ਸਟੇਟਮੈਂਟਾਂ ਨੇ, ਉਹ ਕਿਵੇਂ ਕਹਿ ਸਕਦਾ ਮੈਂ ਬਿਆਨ ਨਹੀਂ ਦਿੱਤਾ? ਉਹ ਤਾਂ ਕਹਿੰਦਾ ਅਜੇ ਫਲਾਨੀ ਜਗ੍ਹਾ ਤੋਂ ਇੱਕ ਹੋਰ ਆਊ, ਫਲਾਨੀ ਜਗ੍ਹਾ ਤੋਂ ਇੱਕ ਹੋਰ ਆਊ। ਉਹ ਤਾਂ ਕਹਿੰਦਾ ਸੀ 40 ਹੋਰ ਨੇ। ਮੈਨੂੰ ਤਾਂ ਐਂ ਲੱਗਦਾ ਵੀ ਕਿਤੇ ਆਪਣਾ ਪਰਿਵਾਰ ਨਾ ਖੜਾ ਕਰ ਲਏ। ਮੈਂ ਤਾਂ ਡਰਦਾ ਸੀ ਵੀ ਕਿਤੇ ਆਪਣਾ ਇੰਨਾ ਟੱਬਰ ਖੜਾ ਕਰ ਲਏ ਵੀ ਆਹ ਵੀ ਹੋ ਗਿਆ। ਤੁਸੀਂ ਚੋਣ ਹਾਰ ਰਹੇ ਹੋ, ਇਹ ਫਰਸਟ੍ਰੇਸ਼ਨ ਆ ਸਿਮਰਜੀਤ ਬੈਂਸ ਦੀ, ਇਹ ਕੜਵਲ ਕਹਿੰਦੇ। ਜੇ ਉਹ ਜਿੱਤਦੇ ਆ, ਜਿੱਤਣ ਵਾਲੇ ਬੰਦੇ ਨੂੰ ਕੋਠੇ ਤੇ ਇੱਟਾਂ ਤੇ ਬੋਤਲਾਂ ਲਿਜਾਣ ਦੀ ਲੋੜ ਹੈ? ਉਹ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਲੁਧਿਆਣਾ ਹਿੰਸਾ ਮਾਮਲੇ 'ਚ ਸਿਮਰਜੀਤ ਬੈਂਸ ਦੀ ਗ੍ਰਿਫਤਾਰੀ ਹੋਈ ਹੈ। ਉਹਨਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਸਾਡੇ ਨਾਲ ਨੇ। ਮਸਲਾ ਕੀ ਸੀ? ਦੋ ਪੱਖ ਨੇ। ਕਰਮਜੀਤ ਕੜਵਲ ਕਹਿੰਦੇ ਆ ਇਹਨਾਂ ਨੇ ਗੋਲੀਆਂ ਚਲਾਈਆਂ, ਬੈਂਸ ਕੀ ਕਹਿੰਦੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕੜਵਲ ਨੇ ਸਿੱਧਾ ਕਿਹਾ ਗੋਲੀਆਂ ਦੀ ਨੇਰੀ ਲਿਆਤੀ, ਕਹਿੰਦੇ ਸਾਡੇ ਕੋਲ ਤਾਂ ਅਸਲਾ ਹੀ ਨਹੀਂ ਸੀ, ਇਹਨਾਂ ਕੋਲ ਅਸਲਾ, ਬਹੁਤ ਗੋਲੀਆਂ ਚਲਾਈਆਂ। ਕੋਰਾ ਝੂਠ ਹੈ। ਆ ਸਰਕਾਰ ਨੇ ਸਿਮਰਜੀਤ ਤੇ ਪਹਿਲਾਂ ਵੀ ਇੱਕ ਮੁਕੱਦਮਾ ਦਿੱਤਾ ਝੂਠਾ ਰੇਪ ਦਾ। ਉਹਦੀ ਇਨਕੁਆਰੀ ਕੰਪਲੀਟ ਨਹੀਂ ਹੁੰਦੀ। ਰੁਪਿੰਦਰ ਕੌਰ ਭੱਟੀ ਹੁੰਦੇ ਸੀਗੇ, ਇਨਕੁਆਰੀ ਕੰਪਲੀਟ ਨਹੀਂ ਹੋਈ, SHO ਕੋਲੋਂ ਚਲਾਨ ਦਵਾਤਾ, ਪਰ ਅਰੈਸਟ ਨਹੀਂ ਪਾਈ। ਸੋਚਦੇ ਕੀ ਸੀਗੇ ਵੀ ਇਲੈਕਸ਼ਨ 'ਚ ਅਰੈਸਟ ਪਾਵਾਂਗੇ। ਮੁਕੱਦਮਾ ਇਸ ਕਰਕੇ ਦਿੱਤਾ ਸੀ ਵੀ ਇਹ ਝੂਠਾ ਮੁਕੱਦਮਾ ਹੈ, ਪਰ ਅਰੈਸਟ ਜਾ ਕੇ ਇਲੈਕਸ਼ਨ 'ਚ ਪਾਵਾਂਗੇ। ਹੁਣ ਇਲੈਕਸ਼ਨ 'ਚ ਮਾਨਯੋਗ ਸੁਪਰੀਮ ਕੋਰਟ ਸਾਹਿਬ ਨੇ ਸਟੇ ਕਰਤਾ। ਹੁਣ ਸੋਚਦੇ ਆ ਵੀ ਇਹਦੀ ਗ੍ਰਿਫਤਾਰੀ ਕਿਵੇਂ ਪਾਈਏ। ਸੋਚੀ ਸਮਝੀ ਚਾਲ ਦੇ ਅਧੀਨ ਕੱਲ੍ਹ ਜਦੋਂ ਸਿਮਰਜੀਤ ਸਿੰਘ ਡੋਰ ਟੂ ਡੋਰ ਕਰਦੇ ਸੀ, ਉਸ ਤੋਂ ਪਹਿਲਾਂ ਸਾਡਾ ਕਾਉਂਸਲਰ ਬਿੱਟਾ ਜੀ ਉੱਥੇ ਸੀਵਰੇਜ ਬੰਦ ਸੀ, ਇੱਕ ਸਪੈਨ ਮਸ਼ੀਨ ਮੰਗਾਈ ਕਿ ਆਹ ਸਪੈਨ ਚਲਾ ਦੀ। ਉੱਥੇ ਖੜਾ ਸੀ, ਆ ਕੇ ਉਹਦੀ ਬੇਇੱਜ਼ਤੀ ਕੀਤੀ। ਦੋ ਭਰਾ ਖੜੇ ਸੀਗੇ, ਪੱਗ ਲਾਈ, ਬੇਇੱਜ਼ਤੀ ਕੀਤੀ, ਅਤੇ ਉਹ ਗਰੀਬ ਸਿੱਖ ਲੜਿਆ ਨਹੀਂ, ਭੁੰਜੇ ਬਹਿ ਗਿਆ। ਅਤੇ ਜਾਨੂੰ ਸਿਮਰਜੀਤ ਹੁਣੀ ਆ ਗਏ, ਜਦੋਂ ਇਹ ਆਏ ਉਹਨਾਂ ਦੀ ਪਹਿਲਾਂ ਪਲੈਨਿੰਗ ਸੀ, ਕਿਉਂਕਿ ਪੁਲਿਸ ਨਾਲ ਰਲੀ ਹੋਈ ਹੈ। ਉਹਨਾਂ ਨੇ ਕੋਠੇ ਤੋਂ ਇੱਟਾਂ, ਬੋਤਲਾਂ, ਗੋਲੀ ਉਹਨਾਂ ਨੇ ਕੋਠੇ ਤੋਂ ਚਲਾਈ। ਆਹ ਗੱਲ ਜਦੋਂ ਪੁਲਿਸ ਨੂੰ ਕਹਿੰਦੇ ਆ, ਜਵਾਬੀ ਕਾਰਵਾਈ 'ਚ ਗੋਲੀਆਂ ਚੱਲੀਆਂ, ਪੱਥਰ ਚੱਲੇ। ਜਿਹੜਾ ਪੱਥਰ ਕਿਸੇ ਦੇ ਪੈਰ 'ਚ ਆ ਕੇ ਡਿੱਗਿਆ, ਉਹ ਹੋ ਸਕਦਾ ਅਗਲੇ ਨੇ ਆਪਣੀ ਡਿਫੈਂਸ ਲਈ ਚੱਕ ਕੇ ਮਾਰਿਆ ਹੋਇਆ। ਵੀਡੀਓ 'ਚ ਹੈਗਾ, ਮੈਂ ਤਾਂ ਕਹਿ ਰਿਹਾ, ਵੀਡੀਓ ਸਾਹਮਣੇ ਨੇ, ਹੁਣ CCTV ਆ ਚੁੱਕਿਆ। ਮਾਰਿਆ ਹੋਏਗਾ, ਮੈਂ ਇਹ ਡਿਨਾਈ ਨਹੀਂ ਕਰਦਾ ਕਿ ਜਿਹੜੇ ਬੰਦੇ ਤੋਂ ਕੋਠੇ ਤੋਂ ਇੱਟਾਂ ਆ ਰਹੀਆਂ, ਉਹ ਬੰਦਾ ਆਪਣੇ ਬਚਾ ਲਈ ਥੱਲੇ ਜਿਹੜਾ ਰੋੜਾ ਉਹਦੇ ਪੈਰ 'ਚ ਆ ਕੇ ਵੱਜਿਆ, ਉਹ ਤਾਂ ਚੱਕ ਕੇ ਤਾਂ ਮਾਰੂਗਾ। ਵੀ ਘੱਟੋ ਘੱਟ ਮਾਰਨ ਵਾਲਾ ਹੀ ਰੁਕ ਜੇ 2 ਮਿੰਟ ਲਈ, 4 ਰੋੜੇ ਘੱਟ ਥੱਲੇ ਆਉਣਗੇ। ਵੀਡੀਓ ਇਹ ਵੀ ਆਈ ਹੈ ਕਿ ਬੈਂਸ ਸਾਹਿਬ ਦੇ ਹੱਥ 'ਚ ਕੁਛ ਹੈਗਾ, ਉਹ ਅੱਗੇ ਜਾ ਕੇ ਐਂ ਕਰ ਰਹੇ ਨੇ। ਲੱਗਦਾ ਉਹ ਗੋਲੀ, ਜਿਹੜਾ ਇਲਜ਼ਾਮ ਗੋਲੀ ਦਾ ਲਾਉਂਦੇ ਨੇ, ਉਹਨਾਂ ਦਾ ਕਹੇ ਕਿ ਐਂ ਕਰਨ ਨਾਲ ਤੇ ਐਡਾ ਵੱਡਾ ਪਿਸਤੌਲ ਹੁੰਦਾ, ਉਹ ਐਂ ਕਰਨ ਨਾਲ ਲੁਕ ਨਹੀਂ ਸਕਦਾ। ਇਹ ਵੀ ਹੋ ਸਕਦਾ ਵੀ ਉਹਨੇ ਨਾਅਰਾ ਲਾਇਆ ਹੋਵੇ। ਜਿਹੜਾ ਰਿਵਾਲਵਰ ਆ ਉਹ ਘੱਟੋ ਘੱਟ 9 ਇੰਚੀ ਸਾਈਜ਼ ਹੁੰਦਾ ਉਹਦਾ,
ਤੇ ਉਹ ਕਦੇ ਵੀ ਐਂ ਕਰਨ ਨਾਲ ਰਿਵਾਲਵਰ ਲੁਕਾਇਆ ਨਹੀਂ ਤੁਹਾਡੇ ਵਾਲੇ ਪਾਸੇ ਕੋਈ ਗੋਲੀ ਨਹੀਂ ਚੱਲੀ? ਨੈਵਰ ਨੈਵਰ ਨੈਵਰ, ਕਦੇ ਵੀ ਨਹੀਂ ਅਸੀਂ ਗੋਲੀ ਚਲਾਈ। ਮੈਂ ਦੁਕਾਨਦਾਰਾਂ ਨਾਲ ਗੱਲ ਕੀਤੀ ਬੈਂਸ ਸਾਹਿਬ, ਹੁਣੇ ਮੈਂ ਉੱਥੇ ਹੀ ਆਇਆ ਹੈਗਾ। ਜੀ। ਉਹ ਦੋਵੇਂ ਪਾਸਿਓਂ ਕਹਿੰਦੇ, ਉਹਨਾਂ ਨੇ ਇੱਕ ਪਾਸੇ ਨਹੀਂ, ਉਹ ਕਹਿੰਦੇ ਦੋਵੇਂ ਪਾਸਿਓਂ ਪੱਥਰ ਚੱਲਿਆ, ਜੀ। ਦੋਵੇਂ ਪਾਸਿਓਂ ਗੋਲੀਆਂ ਚੱਲੀਆਂ ਨੇ, ਜੀ। ਇਹ ਉਹਨਾਂ ਨੇ ਕਿਹਾ। ਨਹੀਂ, ਜਿਹੜੀ ਦੂਜੇ ਪਾਸਿਓਂ ਜੇ ਉਹ ਕੋਈ ਕਹਿ ਰਿਹਾ ਵੀ ਦੂਜੇ ਪਾਸਿਓਂ ਗੋਲੀ ਚੱਲੀ ਆ, ਤਾਂ ਦੂਜੇ ਪਾਸੇ ਵੀ ਗੋਲੀ ਚਲਾਉਣ ਵਾਲਾ ਬੰਦਾ ਉਹਨਾਂ ਦਾ ਹੀ ਹੋਊਗਾ। ਮੈਂ ਇਹ ਨਹੀਂ ਕਹਿੰਦਾ ਵੀ ਜੇ ਕਿਸੇ ਨੇ ਕਿਹਾ, ਕਿਸੇ ਨੇ ਦੇਖਿਆ ਹੋਊ, ਮੈਂ ਤਾਂ ਉੱਥੇ ਹੈ। ਹਸ਼ਮਦੀਦ ਨੇ, ਜਿਹੜੇ ਦੁਕਾਨਦਾਰ ਨੇ ਤਾਂ ਸਹਿਮੇ ਹੋਏ ਨੇ, ਉਹ ਕਹਿੰਦੇ ਅਸੀਂ ਤਾਂ ਕੀ ਲੈਣਾ, ਨਾ ਅਸੀਂ ਬੈਂਸ ਤੋਂ ਕੁਝ ਲੈਣਾ, ਨਾ ਅਸੀਂ ਕੜਵਲ ਤੋਂ, ਅਸੀਂ ਦੁਕਾਨਦਾਰੀ ਕਰਨੀ ਹੈ। ਉਹ ਕਹਿੰਦੇ ਦੋਵੇਂ ਪਾਸਿਓਂ ਅਸੀਂ ਗੋਲੀਆਂ ਚੱਲੀਆਂ ਦੇਖੀਆਂ ਨੇ, ਦੋਵੇਂ ਪਾਸਿਓਂ ਪੱਥਰਬਾਜ਼ੀ ਹੁੰਦੀ ਦੇਖੀ। ਜੇ ਦੋਵੇਂ ਪਾਸਿਓਂ ਚੱਲੀਆਂ 307 ਇੱਕ ਤਰਫੀ ਕਿਉਂ ਆ? ਮੁਕੱਦਮਾ ਕ੍ਰਾਸ ਕਿਉਂ ਨਹੀਂ ਹੋਇਆ? ਤੁਸੀਂ ਮੰਨਦੇ ਹੋ ਕਿ ਤੁਹਾਡੇ ਵਾਲੇ ਬਸ ਚੱਲੀ ਹੈ? ਨੈਵਰ ਨੈਵਰ। ਮੈਂ ਹੋਰ ਕਹਿ ਕੇ ਆਇਆ, ਮੈਂ ਕਿਹਾ ਜਾਂ ਤਾਂ ਸੀਪੀ ਸਾਹਿਬ ਮੈਂ ਰਾਜਨੀਤੀ ਛੱਡ ਦੂੰ। ਬਲਵਿੰਦਰ ਸਿੰਘ ਬੈਂਸ ਨੇ ਕਦੇ ਝੂਠ ਨਹੀਂ ਬੋਲਿਆ। ਜਾਂ ਤਾਂ ਮੈਂ ਸਵੇਰੇ ਕੰਪੇਨਿੰਗ ਕਰ ਦੂੰ, ਬੰਦ ਐਮਐਲਏ ਤੋਂ ਦੇ ਦੂੰ ਅਸਤੀਫਾ, ਸਵੇਰੇ ਹੀ ਦੇ ਦੂੰਗਾ। ਜਾਂ ਤੁਸੀਂ ਐਂ ਕਰੋ, ਰਾਤ ਮੇਰਾ ਕਾਉਂਸਲਰ ਹੈ ਸਵਰਨਦੀਪ ਸਿੰਘ ਚਾਲ, ਪੁਲਿਸ ਉਹਦੇ ਘਰੇ ਗਈ ਕੰਧਾ ਟੱਪ ਕੇ। ਕੋਈ ਪੁਲਿਸ ਨੇ ਘਰੇ ਜਾਣਾ, ਗੇਟ ਖੜਕਾਏ, ਪੁਲਿਸ ਗਈ ਕੰਧਾ ਟੱਪ ਕੇ, ਉਹਦੇ ਘਰ ਦੇ ਦਰਵਾਜ਼ੇ ਤੋੜ ਕੇ ਉਹਦੇ ਘਰ ਗਏ, ਉਹਦੇ ਅਗਲੇ ਦਰਵਾਜ਼ੇ ਤੋੜੇ, ਉਹਦੇ ਘਰ ਦੀਆਂ ਪੇਟੀਆਂ ਫੋਲੀਆਂ। ਚਾਲ ਸਾਹਿਬ ਘਰੇ ਨਹੀਂ ਸੀ ਹੈਗੇ। ਮੈਂ ਇਹ ਕਹਿ ਕੇ ਆਇਆ ਵੀ ਲਓ ਤੁਸੀਂ ਇਹ ਸਿੱਧ ਕਰਕੇ ਦਿਖਾ ਦਿਓ ਵੀ ਚਾਲ ਸਾਹਿਬ ਇਸ ਲੜਾਈ 'ਚ ਸ਼ਾਮਲ ਸੀ। ਜਾਂ ਤਾਂ ਬਲਵਿੰਦਰ ਸਿੰਘ ਬੈਂਸ ਅਸਤੀਫਾ ਦੇ ਦੂ, ਜਾਂ ਸੀਪੀ ਸਾਹਿਬ ਤੁਸੀਂ ਕੁਰਸੀ ਛੱਡ ਦਿਓ। ਦੋਨਾਂ 'ਚੋਂ ਇੱਕ ਕੁਰਸੀ ਛੱਡ ਦਿੰਦੇ ਆ। ਉਹ ਕਹਿੰਦੇ ਆ ਬੈਂਸ ਸਾਹਿਬ ਨੂੰ, ਕੜਵਲ ਨਾਲ ਮੇਰੀ ਗੱਲ ਹੋ ਰਹੀ ਸੀ, ਕੜਵਲ ਕਹਿੰਦੇ ਕਿ ਬੱਚਿਆਂ ਤੱਕ ਨੂੰ ਸ਼ਾਮਲ ਕੀਤਾ ਜਾਂਦਾ। ਕਹਿੰਦੇ ਸਾਡੀ ਲੜਾਈ ਹੈ, ਸਾਡੀ ਪਹਿਲਾਂ ਦੋਸਤੀ ਹੁੰਦੀ ਸੀ, ਫਿਰ ਲੜਾਈ ਹੋ ਗਈ, ਅਸੀਂ ਲੜਾਈਆਂ ਲੜੀ ਔਰ ਪੋਲੀਟੀਕਲ ਲੜਾਈਆਂ ਲੜੀਆਂ ਨੇ, ਪਰਸਨਲ ਕਿਉਂ ਬਣਾ ਰਹੇ ਆਂਗੇ? ਮੁੰਡੇ ਨੇ ਆ ਕੇ ਕਹਿੰਦੇ ਕਿਆ, ਮੁੰਡੇ ਨੂੰ ਕਿਹਾ ਗੋਲੀ ਚਲਾ ਦੇ, ਮੈਂ ਤੁਹਾਨੂੰ ਸਿੱਧੀਆਂ ਗੋਲੀਆਂ ਉਹ ਕਹਿੰਦੇ ਚਲਾਈਆਂ। ਮੈਂ ਤੁਹਾਨੂੰ ਬੇਨਤੀ ਕਰਦਾ, ਲੜਾਈ ਉਹ ਕਹਿੰਦਾ ਵੀ ਮੇਰੇ ਦੋਸਤ ਸੀ, ਹੁਣ ਸਾਡੀ ਲੜਾਈ ਹੋ ਗਈ। ਇਸ ਲੜਾਈ 'ਚ ਅਸੀਂ 4 ਭਰਾ ਆ, 3 ਭਰਾਵਾਂ ਦਾ ਨਾਂ ਆ ਗਿਆ ਜਿਹੜੇ ਦਫ਼ਤਰ ਬੈਠੇ ਆ, 2 ਹੋਰ ਵੀ ਨੇ ਨਾਲ ਸਮਰਜੀਤ ਦੇ, ਉਹਨਾਂ ਦਾ ਵੀ ਨਾਂ ਇਸ ਮੁਕੱਦਮੇ 'ਚ ਹੈ। ਸਾਡੇ ਪਰਿਵਾਰ 'ਚ 3 ਬੱਚੇ ਆ, 2 ਬੱਚਿਆਂ ਦਾ ਨਾਂ ਇਸ ਲੜਾਈ 'ਚ। ਸਾਡੇ ਪਰਿਵਾਰ ਦੇ 5 ਬੱਚੇ, ਇੱਕ ਸਾਡਾ ਕਾਉਂਸਲਰ, ਦੂਜਾ ਕਾਉਂਸਲਰ ਬਿੱਟਾ, ਤੀਜਾ ਕਾਉਂਸਲਰ ਕਲੇਰ ਸਾਹਿਬ, ਉਹਦਾ ਵੀ ਨਾਂ, ਉਹਦੇ ਪੀਏ ਦਾ ਨਾਂ। ਉਹਨੇ ਇੱਥੋਂ ਤੱਕ ਕਿਹਾ ਕਿ ਸਿਮਰਜੀਤ ਦੇ ਜਿਹੜੇ ਬੇਟੇ ਨੇ, ਉਹਨਾਂ ਨੇ ਮੇਰੇ ਬੇਟੇ ਨੂੰ ਇੱਕ ਦਿਨ ਘੇਰ ਲਿਆ, ਘੇਰ ਕੇ ਉਹਦੀ ਗੱਡੀ ਤੇ ਲੱਤ ਰੱਖ ਲਈ, ਪਿਸਤੌਲ ਕੱਢ ਲਿਆ, ਕਹਿੰਦੇ ਮੇਰਾ ਬੇਟਾ ਤਾਂ ਸ਼ਰੀਫ ਆ, ਉਹਦੇ ਅੱਗੇ ਇਸ ਤਰ੍ਹਾਂ ਕੀਤਾ। ਮੈਂ ਤੁਹਾਨੂੰ ਐਲੀਗੇਸ਼ਨ ਆ ਉਹਨਾਂ ਦਾ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਉਹਨਾਂ ਨੇ ਸਹੁੰ ਖਾਧੀ ਵੀ ਸੱਚ ਬੋਲਣਾ ਹੀ ਨਹੀਂ। ਉਹ ਚਲੇ ਉੱਥੇ ਗਏ ਜਿੱਥੇ ਚੱਲਦਾ ਹੀ ਝੂਠ ਆ। ਉਹ ਤਾਂ ਇੱਕ ਔਰਤ ਹੋਰ ਵੀ ਲਿਆਏ ਸੀ ਵੀ ਇਹ ਵੀ ਸੱਚ ਹੀ ਬੋਲਦੀ ਹੈ, ਲਿਆਏ ਸੀ ਨਾ। ਉਹ ਬੀਬੀ ਸ਼ਰੀਫ ਸੀ, ਉਹ ਬੈਕ ਮਾਰ ਗਈ, ਉਹ ਕਹਿੰਦੀ ਨਹੀਂ ਮੈਂ ਨਹੀਂ ਝੂਠ ਬੋਲਣਾ। ਉਹ ਤਾਂ ਕਹਿੰਦੇ ਇੰਨਾ ਕੁਝ ਹੋਇਆ, ਮੈਂ ਕਦੇ ਪਰਸਨਲੀ ਇਸ ਗੱਲ 'ਚ ਇਨਵੋਲਵ ਹੀ ਨਹੀਂ ਹੋਇਆ, ਮੈਂ ਕਦੇ ਪਰਸਨਲ ਪੋਲਿਟਿਕਸ ਨਹੀਂ ਕੀਤੀ। ਨਹੀਂ, ਉਹਨੇ ਪਰਸਨਲ ਕਾਹਨੂੰ ਕੀਤੀ ਜੇ ਉਹ ਤਾਂ ਪਰਸਨਲ ਤੋਂ ਵੀ ਪਰਸਨਲ ਕਰਦਾ। ਉਹ ਕਹਿਣ ਨੂੰ ਉਹਦੇ ਹਾਥੀ ਦੇ ਦੰਦ ਨੇ, ਖਾਣ ਵਾਲੇ ਹੋਰ ਆ, ਦਿਖਾਉਣ ਵਾਲੇ ਹੋਰ ਆ। ਉਹ ਜਮਾਂ ਕੋਰਾ ਝੂਠ ਬੋਲਦਾ। ਉਹਨੂੰ ਕਹਿ ਆਪਣੇ ਪੁੱਤ ਦੇ ਸਿਰ ਤੇ ਹੱਥ ਰੱਖ ਕੇ ਕਹਿ ਵੀ ਹਾਂ ਮੈਂ ਇਨਵੋਲਵਮੈਂਟ ਨਹੀਂ ਕੀਤੀ ਮੇਰੀ। ਉਹਨੂੰ ਕਹਿ ਆਪਣੇ ਪੁੱਤ ਦੀ ਸਹੁੰ ਖਾ ਕੇ ਕਹਿ। ਗੁਰੂ ਦੀ ਫੋਟੋ, ਇੰਨਾ ਕੁਝ ਚੱਲਦਾ ਰਿਹਾ, ਮੈਂ ਇੱਕ ਵੀ ਬਿਆਨ ਨਹੀਂ ਦਿੱਤਾ, ਕਹਿੰਦੇ ਇੰਨਾ ਕੁਝ ਚੱਲਦਾ ਰਿਹਾ। ਉਹ ਕਹਿੰਦਾ ਇੱਕ ਵੀ ਬਿਆਨ ਨਹੀਂ ਦਿੱਤਾ, ਅਸੀਂ ਇੱਕ ਵੀ ਬਿਆਨ ਨਹੀਂ ਦਿੱਤਾ ਵੀ ਨਹੀਂ ਬੋਲਣਾ। ਉਹਦੀਆਂ ਤਾਂ 100 ਸਟੇਟਮੈਂਟਾਂ ਨੇ, ਉਹ ਕਿਵੇਂ ਕਹਿ ਸਕਦਾ ਮੈਂ ਬਿਆਨ ਨਹੀਂ ਦਿੱਤਾ? ਉਹ ਤਾਂ ਕਹਿੰਦਾ ਅਜੇ ਫਲਾਨੀ ਜਗ੍ਹਾ ਤੋਂ ਇੱਕ ਹੋਰ ਆਊ, ਫਲਾਨੀ ਜਗ੍ਹਾ ਤੋਂ ਇੱਕ ਹੋਰ ਆਊ। ਉਹ ਤਾਂ ਕਹਿੰਦਾ ਸੀ 40 ਹੋਰ ਨੇ। ਮੈਨੂੰ ਤਾਂ ਐਂ ਲੱਗਦਾ ਵੀ ਕਿਤੇ ਆਪਣਾ ਪਰਿਵਾਰ ਨਾ ਖੜਾ ਕਰ ਲਏ। ਮੈਂ ਤਾਂ ਡਰਦਾ ਸੀ ਵੀ ਕਿਤੇ ਆਪਣਾ ਇੰਨਾ ਟੱਬਰ ਖੜਾ ਕਰ ਲਏ ਵੀ ਆਹ ਵੀ ਹੋ ਗਿਆ। ਯਾਦਵਿੰਦਰ ਜੀ ਉਹ ਕੋਰਾ ਝੂਠ ਬੋਲਦਾ, ਲੋਕਾਂ ਨੂੰ ਗੁੰਮਰਾਹ ਕਰਦਾ ਹੈ। ਪਰ ਮੈਂ ਗੁੰਮਰਾਹ ਕਰਕੇ ਰਾਜਨੀਤੀ ਨਾ ਕੀਤੀ ਆ ਨਾ ਕਰਨੀ ਆ। ਮੈਂ ਤਾਂ ਅੱਜ ਪੁਲਿਸ ਨੂੰ ਕਹਿ ਕੇ ਆਇਆ ਵੀ ਜਿਹਦੇ ਤੁਸੀਂ ਰਾਤੀ ਦਰਵਾਜ਼ੇ ਪੱਟੇ, ਉਹ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ। ਲਓ ਤੁਸੀਂ ਸਾਬਤ ਕਰ ਦਿਓ ਵੀ ਹਾਂ ਉਹ ਲੜਾਈ 'ਚ ਤੁਸੀਂ ਸਾਬਤ ਕਰ ਦਿਓ। ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿੰਦਾ ਬਲਵਿੰਦਰ ਸਿੰਘ ਬੈਂਸ ਰਾਜਨੀਤੀ ਤੋਂ ਕਿਨਾਰਾ ਕਰ ਲੂ, ਰਾਜਨੀਤੀ ਛੱਡ ਦੂ। ਬੋਲੋ ਛੱਡ ਦੇਣਗੇ। ਘਟਨਾ ਵਾਲਾ ਸੱਚ ਵੀ ਜੇ ਤੁਸੀਂ ਮੰਨਦੇ ਹੋ ਕਿ ਘਟਨਾ ਵਾਲਾ ਪੁਲਿਸ ਇਨਵੈਸਟੀਗੇਟ ਕਰੂਗੀ, ਪੁਲਿਸ ਦੀ ਇਨਵੈਸਟੀਗੇਸ਼ਨ ਦਾ ਯਕੀਨ ਹੈ ਤੁਹਾਨੂੰ ਜਾਂ ਨਹੀਂ ਹੈਗਾ? ਪੁਲਿਸ ਤਾਂ ਰਲੀ ਹੋਈ ਹੈ ਜੀ। ਜੇ ਫਿਰ ਕੌਣ ਕਰੇ ਇਨਵੈਸਟੀਗੇਸ਼ਨ? ਇਹ ਕੇਸ ਦੀ ਇਨਵੈਸਟੀਗੇਸ਼ਨ ਕੌਣ ਕਰੇ? ਫਿਰ ਇਸ ਕੇਸ ਦੀ ਇਨਵੈਸਟੀਗੇਸ਼ਨ ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਬੇਨਤੀ ਕਰੂੰਗਾ ਕਿ ਕਿਸੇ ਸੀਨੀਅਰ ਅਫਸਰ ਦੀ ਡਿਊਟੀ ਲਾਈ ਜਾਏ ਜਿਹੜਾ ਧਿਰ ਨਾ ਬਣੇ। ਇਹ ਤਾਂ ਧਿਰ ਬਣੇ ਖੜੇ ਆ। ਬੋਲੋ ਕਲੇਰ ਸਾਹਿਬ ਮੌਕੇ 'ਤੇ ਨਹੀਂ ਹੈਗੇ, ਪਰਮਜੀਤ ਸਿੰਘ ਬੈਂਸ ਮੌਕੇ 'ਤੇ ਨਹੀਂ, ਕਰਮਜੀਤ ਸਿੰਘ ਬੈਂਸ ਮੌਕੇ 'ਤੇ ਨਹੀਂ, ਜੋਤ ਬੈਂਸ ਮੌਕੇ 'ਤੇ ਨਹੀਂ। ਬਹੁਤ ਸਾਰੇ ਐਸੇ ਸੱਜਣ ਜਿਨ੍ਹਾਂ ਦਾ ਮੈਂ ਨਾਂ ਲੈ ਕੇ ਗਿਣਾ ਸਕਦਾ। ਬੰਦਾ ਮੰਡੀ ਅਹਿਮਦਗੜ੍ਹ ਬੈਠਾ ਹੈ, ਉਹਦਾ ਨਾਂ ਇਸ ਮੁਕੱਦਮੇ 'ਚ ਹੈ। ਬੋਲੋ ਕਿਵੇਂ ਕਹੋਗੇ? ਹੁਣ ਕਹਿ ਪੁੱਤ ਦੀ ਸਹੁੰ ਖਾ ਕੇ ਕਹਿ ਪਹਿਲਾਂ ਲਿਸਟ ਤਿਆਰ ਕੀਤੀ ਹੋਈ ਸੀ, ਉਹ ਲਿਸਟ ਦਿੱਤੀ ਗਈ। ਜਦੋਂ ਤੁਹਾਨੂੰ ਇਹ ਪਤਾ ਸੀ ਕਿ ਮੰਨ ਲਓ ਰਾਜਨੀਤੀ ਕੀ ਹੁੰਦੀ ਹੈ, ਤੁਹਾਡੇ ਨਾਲ ਕੋਈ ਰਾਜਨੀਤੀ ਕਰਨਾ ਚਾਹੁੰਦਾ, ਤੁਹਾਨੂੰ ਕੋਈ ਫਸਾਉਣਾ ਚਾਹੁੰਦਾ, ਆਪਾਂ ਮੰਨ ਲੈਂਦੇ ਤੁਸੀਂ ਪਹਿਲਾਂ ਵੀ ਕਹਿੰਦੇ ਸਾਨੂੰ ਫਸਾਉਣਾ ਚਾਹੁੰਦੀ, ਫਿਰ ਤੁਹਾਨੂੰ ਨਹੀਂ ਪਤਾ ਸੀ, ਤੁਸੀਂ ਇਹੋ ਜਿਹਾ ਰਿਐਕਸ਼ਨ ਦੇਣਾ ਹੀ ਨਹੀਂ ਸੀ, ਤੁਸੀਂ ਅਵੋਇਡ ਕਰ ਸਕਦੇ ਇਸ ਚੀਜ਼ਾਂ ਨੂੰ? ਯਾਦਵਿੰਦਰ ਜੀ ਤੁਹਾਡੇ ਤੇ ਕੋਠੇ ਤੋਂ ਇੱਟਾਂ ਆਉਂਦੀਆਂ ਹੋਣ, ਤੁਹਾਡਾ ਇੱਕ ਸਾਥੀ ਲਹੂ ਲਹਾਨ ਹੋਇਆ ਪਿਆ ਹੋਏ, ਤੇ ਤੁਸੀਂ ਕਹੋ ਵੀ ਜਿਹੜੀ ਤੁਹਾਡੇ ਪੈਰ 'ਚ ਵੀ ਇੱਟ ਡਿੱਗੀ ਉਹ ਵੀ ਚੱਕ ਕੇ ਡਿਫੈਂਡ ਨਾ ਕਰੋ।
ਹਾਊ ਇਟ ਕੈਨ ਪੋਸੀਬਲ? ਯਾਰ ਜਿਹੜਾ ਮੂਹਰੇ ਬੰਦਾ ਜਿਹਦੇ ਸਿਰ 'ਚ ਇੱਟ ਵੱਜੀ ਆ ਉਹਦੇ ਨਾਲ ਉਹਦੇ ਸਾਥੀ ਖੜੇ ਆ, ਕੱਲ ਨੂੰ ਤੁਹਾਡੇ ਨਾਲ ਤੁਹਾਡੇ ਸੱਜਣ ਖੜ ਜਾਣਗੇ। ਤੁਸੀਂ ਕਹਿੰਦੇ ਹੋ ਨਾ ਕਿ ਤੁਹਾਨੂੰ ਪਤਾ ਸੀ ਤੁਹਾਡੇ ਖਿਲਾਫ ਸਾਜ਼ਿਸ਼ ਹੋਊਗੀ। ਹਾਂ, ਹੁਣ ਵੀ ਹੋਊਗੀ। ਹਾਂ, ਤੁਹਾਨੂੰ ਤਾਂ ਮੈਂ ਕਹਿ ਰਿਹਾ ਕਿ ਜਦੋਂ ਤੁਹਾਨੂੰ ਪਤਾ ਸੀ ਫਿਰ ਤੁਸੀਂ ਕੋਈ ਹੋਰ ਰਾਹ ਲੱਭ ਸਕਦੇ ਸੀ। ਵਾਈਡ ਕਰਨ ਦੇ ਰਾਹ ਤਾਂ ਬੜੇ ਹੁੰਦੇ ਨੇ। ਬੜੇ ਹੁੰਦੇ ਆ, ਕੰਪੇਨਿੰਗ ਬੰਦ ਕਰ ਦਿੰਦੇ ਆ। ਆਹੀ ਪੁਲਿਸ ਚਾਹੁੰਦੀ, ਆਹੀ ਉਹ ਚਾਹੁੰਦੇ ਆ ਕਿ ਕੰਪੇਨਿੰਗ ਬੰਦ ਕਰੋ। ਤਾਂ 4 ਜਣਿਆਂ ਦਾ ਮੇਰੀ ਫੈਮਿਲੀ 'ਚੋਂ ਨਾਂ ਲਿਖਿਆ 5 ਦਾ ਕਿ ਕੰਪੇਨਿੰਗ ਬੰਦ ਕਰਾਉਣੀ ਆ। ਇਹ ਕੰਪੇਨਿੰਗ ਬੰਦ ਨਹੀਂ ਹੋਣੀ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਸਤਿਕਾਰ ਨਾਲ ਚੱਲੋਗੇ ਦੁੱਗਣਾ ਸਤਿਕਾਰ ਕਰੂਗਾ ਬਲਵਿੰਦਰ ਸਿੰਘ ਬੈਂਸ, ਅਤੇ ਜੇ ਤੁਸੀਂ ਇਹੋ ਜਿਹੀਆਂ ਨੀਚ ਹਰਕਤਾਂ ਨੇ, ਇਹ ਅਸਲ 'ਚ ਲੜਨ ਵਾਲੇ ਦੀ ਯਾਦਵਿੰਦਰ ਜੀ ਕਦੇ ਵੋਟ ਦੇ ਟਾਰਗੇਟ ਅਚੀਵ ਨਹੀਂ ਹੁੰਦਾ। ਜੇਲ੍ਹ 'ਚੋਂ ਜਿੱਤ ਜਾਣਗੇ ਬੈਂਸ? ਹੈ ਜੀ, ਜੇਲ੍ਹ 'ਚੋਂ ਜਿੱਤ ਜਾਣਗੇ ਸਿਮਰਜੀਤ ਬੈਂਸ ਜੀ? ਕਿਉਂਕਿ जेल चो जिसका साहिब डाढ़ा होए तिसको मार ना सके कोई। बड़े मारन वाले आए। ਪਹਿਲਾਂ ਬਾਦਲ ਸਾਹਿਬ ਤੁਹਾਡੇ ਦੇਖਦੇ, ਤੁਸੀਂ ਦੇਖਦੇ ਸੀ ਰੋਜ਼। ਉਹ ਕਹਿੰਦੇ ਸੀ ਬੈਂਸ ਮਸ਼ੀਨ 'ਚ ਦੇਤਾ, ਬਸ ਗੇੜਾ ਦੇਣਾ ਬਾਕੀ ਹੈ। ਸਾਨੂੰ ਗੇੜਾ ਦੇਣ ਵਾਲਾ ਆਪ ਗੇੜਾ ਖਾ ਗਿਆ। ਫਿਰ ਕੈਪਟਨ ਅਮਰਿੰਦਰ ਸਿੰਘ ਆ ਕੇ ਕਹਿੰਦਾ ਹਾਂ ਬਟਾਲੇ ਵਾਲਾ ਮੁਕੱਦਮਾ ਮੈਂ ਕਰਾਇਆ। ਕਹਿੰਦਾ ਬਸ ਬੈਂਸ ਨੂੰ ਗੇੜਾ ਦੇਣਾ ਬਾਕੀ ਹੈ। ਗੁਰੂ ਦੀ ਐਸੀ ਕਿਰਪਾ ਹੋਈ, ਰਾਤ ਨੂੰ ਸੁੱਤਾ ਮੁੱਖ ਮੰਤਰੀ ਸੀ, ਸਵੇਰੇ ਉੱਠਿਆ ਗੇੜਾ ਖਾ ਗਿਆ। ਹੁਣ ਇਹ ਗੇੜਾ ਦਿੰਦੇ ਫਿਰਦੇ ਆ। ਮੈਂ ਮਾਲਕ ਨੂੰ ਮੰਨਣ ਵਾਲਾ ਬੰਦਾ, ਮੈਂ ਕਦੇ ਕਿਸੇ ਨਾਲ ਯਾਦਵਿੰਦਰ ਜੀ ਅਸੀਂ ਵਾਅਦਾ ਨਹੀਂ ਕਰਦੇ, ਪਰ ਜੇ ਕੋਈ ਵਾਅਦਾ ਕਰੇ ਫਿਰ ਪਾਤਸ਼ਾਹ ਕਹਿੰਦੇ ਵੀ ਫਿਰ ਤੂੰ ਗੁਰੂ ਦਾ ਸਿੱਖ ਆ ਅਤੇ ਡਟ ਜੀ। ਫਿਰ ਡਟਣਾ ਪਊਗਾ। ਇਹ ਥੋੜ੍ਹੀ ਕਿ ਮੇਰੇ ਸਾਥੀ ਦਾ ਸਿਰ ਲਹੂ ਲਾਹਣ ਹੋਇਆ ਪਿਆ ਹੋਏ ਅਤੇ ਮੈਂ ਕਹਾਂ ਵੀ ਆਪਾਂ ਕੋਈ ਹੋਰ ਰਸਤਾ ਲੱਭ ਲਈਏ। ਹੱਥੀਂ ਬਾਜ਼ ਕਰਾ ਰਿਹਾ, ਵੈਰੀ ਮਿੱਤ ਨਾ ਹੋਏ, ਪਾਤਸ਼ਾਹ ਦਾ ਬਚਨ ਆ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਬੰਦਿਆਂ ਵਾਂਗੂ ਚੋਣ ਪੜਦੇ ਪਿੱਛੇ ਮੋਹਰ ਲੱਗਣੀ ਹੈ। ਜਦੋਂ ਤੁਸੀਂ ਲੜੋਗੇ, ਮੈਂ ਲੜਨਾ ਨਹੀਂ ਚਾਹੁੰਦਾ, ਕਿਉਂਕਿ ਲੜਨ ਨਾਲ ਟਾਰਗੇਟ ਅਚੀਵ ਨਹੀਂ ਹੁੰਦਾ, ਡਿੱਗਦਾ। ਮੈਂ ਆਪਣੇ ਭਰਾ ਨੂੰ ਵੀ ਕਹਿੰਦਾ ਵੀ ਆਪਾਂ ਲੜਨਾ ਨਹੀਂ, ਉਹ ਕਹਿੰਦਾ ਨਹੀਂ ਲੜਨਾ। ਪਰ ਜਦੋਂ ਹੁਣ ਤੁਰੇ ਜਾਂਦੇ ਤੇ ਬੰਦੇ ਕੋਠਿਓਂ ਇੱਟਾਂ ਆਉਣ ਲੱਗ ਜਾਣ, ਯਾਦਵਿੰਦਰ ਜੀ ਪੁਲਿਸ ਨੇ ਪੁੱਛਿਆ ਹੀ ਨਹੀਂ ਵੀ ਕੋਠੇ ਤੇ ਇੱਟਾਂ ਕੌਣ ਲੈ ਕੇ ਗਿਆ, ਕੋਠੇ ਤੇ ਬੋਤਲਾਂ ਕਿੱਥੋਂ ਆਈਆਂ। ਉਹ ਇੱਕ ਐਲੀਗੇਸ਼ਨ ਲਾਉਂਦੇ ਨੇ ਤੁਹਾਡੇ ਤੇ ਕਿ ਕਿਉਂਕਿ ਤੁਸੀਂ ਚੋਣ ਹਾਰ ਰਹੇ ਹੋ, ਇਹ ਫਰਸਟ੍ਰੇਸ਼ਨ ਆ ਸਿਮਰਜੀਤ ਬੈਂਸ ਦੀ, ਇਹ ਕੜਵਲ ਕਹਿੰਦੇ ਆ। ਜੇ ਉਹ ਜਿੱਤਦੇ ਆ, ਜਿੱਤਣ ਵਾਲੇ ਬੰਦੇ ਨੂੰ ਕੋਠੇ ਤੇ ਇੱਟਾਂ ਤੇ ਬੋਤਲਾਂ ਲਿਜਾਣ ਦੀ ਲੋੜ ਹੈ? ਇੱਟਾਂ ਤੇ ਬੋਤਲਾਂ ਉਹਨਾਂ ਦੇ ਕੋਠੇ ਤੋਂ ਚੱਲ ਰਹੀਆਂ ਨੇ। ਆਹੀ ਤਾਂ ਗੱਲ ਅਸੀਂ ਆਹੀ ਕਹਿੰਦੇ ਆ ਵੀ ਤੂੰ ਭਰਾਵਾ ਜਿੱਤ ਰਿਹਾ, ਫਿਰ ਤੈਨੂੰ ਕੋਠੇ ਤੇ ਇੱਟਾਂ ਚੜਾਉਣ ਦੀ ਕੀ ਲੋੜ ਪੈ ਗਈ? ਫਿਰ ਤੈਨੂੰ ਕੋਠੇ ਤੋਂ ਬੋਤਲਾਂ ਚਲਾਉਣ ਦੀ ਕੀ ਲੋੜ ਪੈ ਗਈ? ਜਿੱਤ ਨਹੀਂ ਰਿਹਾ। ਉਹ 20,000 ਵੋਟ ਨਹੀਂ ਲੈ ਕੇ ਜਾਣੀ ਯਾਦਵਿੰਦਰ ਜੀ, ਇੱਥੇ ਤੁਸੀਂ ਤੇ ਇੱਥੇ ਹੀ ਮੈਂ। ਪਿਛਲੀ ਵਾਰ ਕਿੰਨੀ 35,000 ਲੱਗਿਆ ਸੀ? 37,000 ਦਲ ਦੀ ਜ਼ਮਾਨਤ ਜ਼ਬਤ ਹੋ ਗਈ ਸੀ ਪਿਛਲੀ ਵਾਰੀ, ਸੁਲ੍ਹਾ ਕਰਕੇ ਅੰਦਰ ਖਾਤੇ। ਅਕਾਲੀ ਦਲ ਦੀ ਵੋਟ, ਉਹ ਵਿਚਾਰਾ ਗੁਰਮੀਤ ਸਿੰਘ ਕਲਾਰ ਪੈਸੇ ਲਾ ਕੇ ਬੇਘਰ ਹੋਣ ਵਾਲੀ ਗੱਲ ਹੈ। ਅਖੀਰ ਤੇ ਜਾ ਕੇ ਉਹਦੇ ਵਾਲੀ ਵੋਟ ਸੀ ਜਿਹੜੀ ਅਕਾਲੀ ਦਲ ਨੇ ਟਿਕਟ ਉਹਨੂੰ ਦੇਤੀ, ਵੋਟ ਇਹਨੂੰ ਪਵਾਤੀ। ਲਓ ਹੁਣ ਪਤਾ ਲੱਗੂ ਅਕਾਲੀ ਦਲ ਨੇ ਉਮੀਦਵਾਰ ਖੜਾ ਕੀਤਾ ਨਾ, ਅਤੇ ਜੇ ਦੋਨਾਂ 'ਚੋਂ ਹੀ ਕੋਈ ਵੀ ਬੰਦਾ 20,000 ਤੋਂ ਵੱਧ ਲੈ ਗਿਆ, ਯਾਦਵਿੰਦਰ ਜੀ ਨੀਵੇਂ ਥਾਂ ਬਾਜੂਗਾ। ਕਹਿਣ ਨਾਲ ਨਹੀਂ ਇਲੈਕਸ਼ਨਾਂ ਜਿੱਤੀਆਂ ਜਾਂਦੀਆਂ। ਚਾਹੇ ਜੇਲ੍ਹ 'ਚ ਹੁਣ ਜਿੱਤਣਗੇ। ਮੈਂ ਕਹਿੰਦਾ ਜੀ ਕਿਤੇ ਹੋਏ, ਰਹਿਮਤ ਪਰਮੇਸ਼ਰ ਦੀ ਹੁੰਦੀ ਹੈ, ਪਰਮੇਸ਼ਰ ਦੀ ਖੇਡਾ, ਹਾਰ ਜਿੱਤ ਉਹਦੇ ਹੱਥ 'ਚ। ਸਾਡਾ ਕੰਮ ਮਿਹਨਤ ਕਰਨਾ। ਅਸੀਂ 5 ਸਾਲ 365 ਗੁਣਾ 5 ਉਹਨੇ ਦਿਨ ਦਫ਼ਤਰ ਲਾਇਆ। ਆ ਤੁਸੀਂ ਦੇਖਦੇ ਸੀ ਨਾ, ਮੈਨੂੰ ਪੁੱਛਦੇ ਸੀ ਵੀ ਕੀ ਕਰ ਰਹੇ ਹੋ, ਆ ਕਾਹਦੇ ਕਾਗਜ਼ ਆ? ਇਹ ਮੈਂ ਇਲੈਕਸ਼ਨ ਕੰਪੇਨਿੰਗ ਤੋਂ ਆ ਕੇ ਸਵੇਰੇ ਜਾਣ ਲੱਗਿਆ, ਲੋਕਾਂ ਨੂੰ ਕਦੇ ਦਿੱਕਤ ਨਾ ਆਏ ਮੇਰੇ ਦਫ਼ਤਰ ਆਏ ਕਿਸੇ ਬੰਦੇ ਨੂੰ। ਇਸ ਕਰਕੇ ਮੈਂ ਆ ਕੇ ਵੀ ਇਹ ਹੋਮਵਰਕ ਕਰਦਾ, ਜਾਣ ਲੱਗਿਆ ਵੀ ਹੋਮਵਰਕ ਕਰਕੇ ਜਾਂਦਾ। ਅਤੇ 5 ਸਾਲ 16 ਘੰਟੇ ਲਾਏ ਆ। ਹੁਣ ਇਹਨਾਂ ਦਾ ਪੈਰ ਨਹੀਂ ਲੱਗਣ ਦਿੰਦੇ। ਅਤੇ ਜਦੋਂ ਬੰਦਾ ਡੁੱਬਦਾ ਹੋਏ ਫਿਰ ਉਹ ਕਈ ਵਾਰੀ ਤਿਣਕੇ ਘਾਹ ਨੂੰ ਵੀ ਹੱਥ ਮਾਰਦਾ। ਹੁਣ ਇਹ ਘਾਹ ਫੂਸ ਨੂੰ ਹੱਥ ਮਾਰ ਰਹੇ ਆ। ਅਤੇ ਇਹਨਾਂ ਨੂੰ ਕਹਿਣਾ ਚਾਹੁੰਦਾ ਅਮਨ ਸ਼ਾਂਤੀ ਨਾਲ ਚੋਣ ਲੜੋ। ਤੇਰੇ ਬੱਚਿਆਂ ਨੂੰ ਮੈਂ ਤਾਂ ਹਮੇਸ਼ਾ ਆਪਣੇ ਬੱਚੇ ਹੀ ਸਮਝਿਆ, ਪਰ ਤੂੰ ਕਦੇ ਬੱਚੇ ਨਹੀਂ ਸਮਝਿਆ। ਜੇ ਤੂੰ ਬੱਚੇ ਸਮਝਦਾ ਤੂੰ ਪੁੱਤ ਦੇ ਸਿਰ 'ਤੇ ਹੱਥ ਰੱਖ ਲੈ। ਮੈਂ ਕਹਿੰਦਾ ਆ ਸਾਹਮਣੇ ਆਪਣਾ ਪੁੱਤ ਲਿਆ ਨਾਲ ਨਹੀਂ, ਮੈਂ ਲੈ ਕੇ ਜਾਂਦਾ। ਆਪਣੇ ਪੁੱਤ ਦੇ ਸਿਰ 'ਤੇ ਹੱਥ ਰੱਖ ਕੇ ਕਹਿ ਵੀ ਪਰਮਜੀਤ ਬੈਂਸ ਉੱਥੇ ਸੀ, ਦਫ਼ਤਰ ਬੈਠਾ ਸੀ। ਕਰਮਜੀਤ ਬੈਂਸ ਉੱਥੇ ਸੀ, ਦਫ਼ਤਰ ਬੈਠਾ ਸੀ। ਤੈਂ ਸਾਰੇ ਟੱਬਰ ਦਾ ਨਾਂ ਪਵਾ ਲਿਆ ਮੁਕੱਦਮੇ 'ਚ। ਹਜੇ ਤੂੰ ਕਹਿੰਦਾ ਮੇਰੀ ਕੋਈ ਰੰਜਿਸ਼ ਨਹੀਂ। ਹੁਣ ਤੂੰ ਤਾਂ ਕਹਿ ਰਿਹਾ ਵੀ ਰੰਜਿਸ਼ ਨਹੀਂ, ਤੈਨੂੰ ਵੀ ਪਤਾ ਲੱਗ ਗਿਆ ਵੀ ਤੂੰ ਚੋਣ ਜਿੱਤਣੀ ਨਹੀਂ, ਚੋਣ ਨਹੀਂ ਜਿੱਤਦਾ। ਇਸ ਕਰਕੇ ਇਸ ਗੱਲ 'ਤੇ ਆ ਗਿਆ ਵੀ ਇਹਨੂੰ ਹੁਣ ਰੰਜਿਸ਼ ਨੂੰ ਹੋਰ ਨਾ ਵਧਾਈਏ, ਰੋਕ ਲਈਏ। ਬੈਂਸ ਹੋਰੀ ਅੱਜ ਕੀ ਸਰੈਂਡਰ ਕਰਨ ਗਏ ਸੀ ਜਾਂ ਵੈਸੇ ਹੀ ਗਏ ਸੀਗੇ ਪ੍ਰਚਾਰ 'ਤੇ? ਨਹੀਂ, ਅੱਜ ਸਾਡੇ ਬਾਰ ਐਸੋਸੀਏਸ਼ਨ ਨੇ ਸਾਨੂੰ, ਉਹਨੂੰ ਪਤਾ ਹੀ ਸੀ ਅਰੈਸਟ ਹੋਊਗੀ, ਅਰੈਸਟ ਦੀ ਕੋਈ ਮਸਲਾ ਉਹਨਾਂ ਨੂੰ ਮਤਲਬ ਤਿਆਰ ਸੀ ਇਸ ਲਈ? ਰਾਤ ਹੋਇਆ ਮੁਕੱਦਮਾ 2 ਵਜੇ, ਤਿਆਰ ਸੀ ਇਸ ਲਈ ਵੀ ਅਰੈਸਟ ਹੋਵੇ, ਪਰ ਪਬਲਿਕ 'ਚ ਹੋਵੇ। ਕੋਈ ਗੱਲ ਹੀ ਨਹੀਂ, ਮੀਟਿੰਗ ਨਹੀਂ ਛੱਡੀ, ਅਰੈਸਟ ਹੋਈ, ਕੋਈ ਰੌਲਾ ਨਹੀਂ। ਪਰ ਬਾਰ ਐਸੋਸੀਏਸ਼ਨ ਨੇ ਬਾਰ ਦੀ ਮੀਟਿੰਗ 'ਚ ਸਾਨੂੰ ਇਨਵਾਈਟ ਕੀਤਾ ਸੀ। ਲੋਕ ਕਹਿੰਦੇ ਆ ਸਿਮਰਜੀਤ ਬੈਂਸ ਨੇ ਸਿੰਪਥੀ ਲੈਣ ਲਈ ਪਬਲਿਕ 'ਚ ਅਰੈਸਟ ਦਿੱਤੀ ਹੈਗੀ। ਸਿੰਪਥੀ ਨਾ ਕਰਨ ਜੀ, ਉਹ ਨਾ ਅਰੈਸਟ ਕਰਦੇ। ਬਾਰ ਐਸੋਸੀਏਸ਼ਨ ਨੇ ਬੜਾ ਜ਼ੋਰ ਲਾਇਆ ਵੀ ਨਾ ਅਰੈਸਟ ਕਰੋ।
ਜੇ ਅੱਗੇ ਆ ਝੂਠਾ ਮੁਕੱਦਮਾ ਦੇ ਕੇ ਅਰੈਸਟ ਨਹੀਂ ਕੀਤਾ, ਰੌਲਾ ਤਾਂ ਇਹੀ ਸੀ ਨਾ ਵੀ ਅਰੈਸਟ ਕਦੋਂ ਕਰਨਾ ਇਹਨਾਂ ਦਿਨਾਂ 'ਚ ਆ ਕੇ, ਵੀ ਜਦੋਂ ਦਿਨ 4 ਰਹਿ ਗਏ। ਹੁਣ ਅਰੈਸਟ ਕਰ ਲਿਆ, ਲਓ ਹੁਣ ਵੀ ਮੈਂ ਕਹਿੰਦਾ ਮੈਨੂੰ ਰੱਬ 'ਤੇ ਅਥਾਹ ਵਿਸ਼ਵਾਸ ਹੈ ਯਾਦਵਿੰਦਰ ਜੀ, ਇਹ ਬੰਦਿਆਂ ਦੀ ਖੇਡ ਨਹੀਂ ਹੈ। ਜੇ ਇਹੋ ਜਿਹੇ ਫੁਕਰੇ ਰੰਡੀਆਂ ਚੂੜਾ ਪਾ ਕੇ ਬਾਜ਼ਾਰਾਂ 'ਚ ਘੁੰਮਣ ਲੱਗ ਜਾਣ ਤਾਂ ਫਿਰ ਸੁਹਾਗਣਾ ਨੂੰ ਕੌਣ ਪੁੱਛੂਗਾ ਯਾਦਵਿੰਦਰ ਜੀ। ਇਹ ਰੰਡੀਆਂ ਦੀ ਖੇਡ ਨਹੀਂ, ਇਹ ਫੁਕਰਿਆਂ ਦੀ ਖੇਡ ਨਹੀਂ, ਇਹ ਬਹੁਤ ਹਲੀਮੀ ਵਾਲੀ ਖੇਡ ਹੈ। ਬਹੁਤ ਹਲੀਮੀ ਨਾਲ ਲੋਕਾਂ ਦੇ ਕਾਰਜ ਸਵਾਰਨੇ ਪੈਂਦੇ ਆ, ਤਾਂ ਲੋਕ ਵੋਟ ਪਾਉਂਦੇ ਆ। ਅਤੇ ਜੇ ਹੁਣ ਇਹ ਕਹਿਣ ਵੀ ਅਸੀਂ ਫੁਕਰਾਗਰਦੀ ਨਾਲ ਵੋਟ ਲੈ ਲਾਂਗੇ, ਇਵੇਂ ਕੋਠੇ 'ਤੇ ਖੜ੍ਹ ਕੇ ਬੋਤਲਾਂ ਰੱਖ ਕੇ ਬੋਤਲਾਂ ਮਾਰਾਂਗੇ ਬੈਂਸ ਦਾ ਜਿੰਨਾ ਚਿਰ ਉਹਦੀ ਨਿਗਾਹ ਸਿੱਧੀ ਵਾਲ ਵਿੰਗਾ ਨਹੀਂ ਹੁੰਦਾ। ਧੰਨਵਾਦ ਬੈਂਸ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਲਈ। ਇਹ ਸਨ ਬਲਵਿੰਦਰ ਬੈਂਸ, ਸਿਮਰਜੀਤ ਬੈਂਸ ਦੇ ਭਰਾ। ਇਹਨਾਂ ਦਾ ਕਹਿਣਾ ਕਿ ਸਾਡੇ 'ਤੇ ਲੱਗੇ ਸਾਰੇ ਇਲਜ਼ਾਮ ਝੂਠੇ ਨੇ। ਪਹਿਲਾਂ ਹੀ ਤੈਅ ਸੀ ਕਿ ਸਾਨੂੰ ਚੋਣਾਂ 'ਚ ਫਸਾਉਣਾ, ਔਰ ਇਹ ਮੰਗ ਕਰ ਰਹੇ ਨੇ ਕਿ ਇਸ ਮਾਮਲੇ ਦੀ ਜਾਂਚ ਕਿਸੇ ਵੱਡੇ ਅਫਸਰ ਤੋਂ ਚੋਣ ਕਮਿਸ਼ਨ ਨੂੰ ਕਰਵਾਉਣੀ ਚਾਹੀਦੀ ਹੈ।